ਦਰਸ਼ਨ ਦਰਵੇਸ਼ ਜੀ ਨੇ ਜਾਣ ਤੋਂ ਕੁਝ ਦਿਨ ਪਹਿਲਾਂ 16 ਦਸੰਬਰ ਨੂੰ ਮੈਨੂੰ 2 ਕਹਾਣੀਆਂ ਭੇਜੀਆਂ ਮੇਰੇ ਇਸ ਚੈਨਲ ਤੇ ਪਾਉਣ ਨੂੰ। ਉਦੋਂ ਕਹਿ ਨਾ ਸਕੀ, ਵਕਤ ਨਾ ਮਿਲਿਆ। ਹੁਣ ਵਕਤ ਨਿਕਲ ਚੁੱਕਿਆ, ਪਰ ਮੈਂ ਅੱਜ ਤੁਹਾਡੇ ਨਾਲ ਉਹਨਾਂ ਦੀ ਉਹ ਕਹਾਣੀ ਨੂੰ ਸਾਂਝੀ ਕਰ ਰਹੀ ਹਾਂ। ਉਹਨਾਂ ਦੇ ਖਿਆਲ, ਉਹਨਾਂ ਦੇ ਅਹਿਸਾਸ ਤੇ ਉਹਨਾਂ ਦੀ ਸੂਖਮ ਸੋਚ ਇਸ ਕਹਾਣੀ 'ਚ ਤੁਹਾਨੂੰ ਨਜ਼ਰ ਆਏਗੀ। ਮੇਰੇ ਨਾਲ ਨਾਲ ਚੱਲਣਾ, ਦਰਵੇਸ਼ ਜੀ ਦੇ ਨਾਲ ਨਾਲ ਚੱਲਣਾ, ਸਮਝਣਾ, ਮਹਿਸੂਸ ਕਰਨਾ। ਕਹਾਣੀ ਦਾ ਨਾਮ ਹੈ ਮੱਛੀਆਂ ਦਾ ਮਿਰਗ ਜਲ। ਉਹ ਬਹੁਤ ਹੀ ਇਕੱਲਾ ਹੈ, ਰੋਹੀ ਦੇ ਜੰਡ ਵਾਂਗ ਇਕੱਲਾ। ਰੋਹੀ ਦੇ ਜੰਡ ਵਾਂਗ ਹੀ ਹੁਣ ਉਸਨੂੰ ਪਾਣੀ ਲਾਉਣ ਵਾਲਾ ਕੋਈ ਵੀ ਨਹੀਂ ਹੈ। ਰੋਹੀ ਦੇ ਜੰਡ ਵਾਂਗ ਹੀ ਹੁਣ ਉਸਨੂੰ ਕੋਈ ਗਿਰਵੀ ਨਹੀਂ ਰੱਖਦਾ, ਜਿਵੇਂ ਉਸਦੇ ਪਿਤਾ ਦੀ ਜ਼ਮੀਨ ਟਿਕੀ ਹੋਈ ਸੀ। ਉਹ ਉਦੋਂ ਵੀ ਇੰਨਾ ਹੀ ਇਕੱਲਾ ਸੀ ਜਦ ਉਸਦੀ ਬਸਤੀ ਤੇ ਮਾਰੂ ਕੀਟਾਣੂਆਂ ਦਾ ਹਮਲਾ ਹੋਇਆ ਸੀ। ਉਹ ਉਦੋਂ ਵੀ ਇੰਨਾ ਹੀ ਇਕੱਲਾ ਸੀ ਜਦ ਉਹ ਚੁਬਾਰੇ 'ਚੋਂ ਬਾਹਰ ਦਰਿਆ ਵੱਲ ਖੁੱਲਦੀ ਤਾਕੀ ਵਿੱਚ ਬਹਿ ਕੇ ਕੁਝ ਨਾ ਕੁਝ ਰੰਗੀਨ ਜਿਹਾ ਪੜ੍ਹਿਆ ਕਰਦਾ ਸੀ। ਘਰ ਵਿੱਚ ਉਸਦੀ ਇੱਕੋ ਇੱਕ ਭੈਣ ਸੀ, ਆਪਣੇ ਸਹੁਰਿਆਂ ਵੱਲੋਂ ਛੱਡੀ ਹੋਈ। ਬਸ ਦੋਹਾਂ ਦੀ ਹੀ ਦੁਨੀਆ ਸੀ। ਉਹ ਸਾਰਾ ਦਿਨ ਪੜ੍ਹਦਾ ਰਹਿੰਦਾ ਤੇ ਭੈਣ ਘਰ ਦੇ ਕੰਮਾਂ ਕਾਰਾਂ ਵਿੱਚ ਸਾਰਾ ਦਿਨ ਉਲਝੀ ਰਹਿੰਦੀ। ਦੋਵੇਂ ਹੀ ਉਦਾਸ ਉਦਾਸ ਆਪਣੇ ਵਿਹੜੇ ਦੀ ਮਿੱਟੀ ਸੁੰਘਦੇ ਜੀ ਰਹੇ ਸਨ ਕਿ ਭੈਣ ਨੇ ਕਿਧਰੋਂ ਟੋਲ ਕੇ ਉਸਦਾ ਵਿਆਹ ਕਰ ਦਿੱਤਾ ਤੇ ਉਹਨਾਂ ਦੇ ਵਿਹੜੇ ਵਿੱਚ ਰੌਣਕ ਆ ਗਈ। ਪਰ ਜਿਵੇਂ ਉਦਾਸੀ ਉਹਨਾਂ ਦੇ ਘਰ ਵਿੱਚ ਘਰ ਕਰ ਗਈ ਸੀ। ਮਾਰੂ ਕੀਟਾਣੂਆਂ ਨੇ ਜਿਹੋ ਜਿਹਾ ਹਮਲਾ ਬਸਤੀ ਦੇ ਹੋਰ ਘਰਾਂ ਤੇ ਕੀਤਾ, ਉਹੋ ਜਿਹਾ ਹੀ ਉਹਨਾਂ ਦੇ ਘਰ ਤੇ ਕੀਤਾ। ਪਤੀ ਪਤਨੀ ਦੋਵੇਂ ਗੋਡਿਆਂ 'ਚ ਸਿਰ ਦੇ ਕੇ ਭੈਣ ਦੇ ਮਰਗ ਤੇ ਬੈਠ ਗਏ। ਬਸਤੀ ਦੇ ਸਾਰੇ ਘਰਾਂ ਦੀਆਂ ਕੰਧਾਂ ਤੇ ਮਾਤਮ ਕਿਲਕਿਲੀਆਂ ਪਾ ਰਿਹਾ ਸੀ। ਉਹਨਾਂ ਦੋਵਾਂ ਨੂੰ ਦਿਲਾਸਾ ਕੌਣ ਦਿੰਦਾ? ਉਹ ਆਪ ਹੀ ਉੱਠੇ, ਅਸਮਾਨ ਵੱਲ ਮੂੰਹ ਕਰਕੇ ਤੇਰਾ ਭਾਣਾ ਮੀਠਾ ਲਾਗੇ ਉਚਾਰਿਆ ਤੇ ਪਤਨੀ ਨੇ ਉਸਦੀ ਭੈਣ ਵਾਲੇ ਸਾਰੇ ਕੰਮ ਸਾਂਭ ਲਏ। ਉਹ ਆਤਨ ਹੀ ਆਪਣੀ ਚੁਬਾਰੇ ਵਾਲੀ ਬਾਰੀ 'ਚ ਆ ਬੈਠਾ, ਜੋ ਕਿ ਦਰਿਆ ਵੱਲ ਖੁੱਲਦੀ ਸੀ। ਉਹ ਦਰਿਆ ਦੇ ਸਾਹਾਂ ਵਿੱਚ ਸਾਹ ਹੋਇਆ ਪੜ੍ਹਦਾ ਰਹਿੰਦਾ ਸੀ। ਜਿੱਥੇ ਤੀਕ ਨਿਗਾਹ ਜਾਂਦੀ, ਉਹ ਦਰਿਆ ਵੱਲ ਤੱਕਦਾ। ਵੀਰਾਨ ਕਬਰ ਜਿੱਡਾ ਹੌਕਾ ਪਰਦਾ ਤੇ ਚੁੱਪਚਾਪ ਉਦਾਸ ਹੋਇਆ ਤੁਰਦਾ ਤੁਰਦਾ ਪਤਨੀ ਕੋਲ ਆ ਜਾਂਦਾ। ਇਹ ਪਲ ਉਸਦੇ ਆਪਣੇ ਨਹੀਂ ਸਨ, ਪਰ ਇਹਨਾਂ ਬੇਗਾਨਿਆਂ ਪਲਾਂ ਵਿੱਚ ਵੀ ਆਪਣਤ ਸੀ। ਪਤਨੀ ਦਾ ਮੱਥਾ ਚੁੰਮਦਾ, ਜਿਵੇਂ ਉਸਦੇ ਬੁੱਲ ਉੱਥੇ ਹੀ ਰਹਿ ਗਏ ਹੋਣ। ਪਤਨੀ ਦੇ ਸਿਰ ਦੇ ਚੀਰ 'ਚ ਉਂਗਲਾਂ ਫੇਰਦਾ, ਜਿਵੇਂ ਕਿਸੇ ਜੰਗਲ 'ਚੋਂ ਗੁਜ਼ਰ ਰਿਹਾ ਹੋਵੇ। ਕੁਝ ਹੱਸਦਾ ਮੁਸਕਰਾਉਂਦਾ ਤੇ ਉਸਦੇ ਬੁੱਲਾਂ ਤੇ ਤਰਦੀ ਤੇ ਅਪਣਾ ਕੇ ਫਿਰ ਆਪਣੀ ਤਾਕੀ ਵਿੱਚ ਆ ਕੇ ਬੈਠ ਜਾਂਦਾ, ਜਿਹੜੀ ਦਰਿਆ ਵੱਲ ਖੁੱਲਦੀ ਸੀ। ਪਰ ਦਰਿਆ ਦੇ ਸਾਹਾਂ ਦੀ ਆਵਾਜ਼ ਉਸਨੂੰ ਰਾਸ ਨਾ ਆਈ। ਦਰਿਆ ਦਾ ਫੈਲਾਅ ਉਹ ਮਿਣ ਨਾ ਸਕਿਆ। ਤਾਂ ਜਿਵੇਂ ਜੰਗਲ 'ਚੋਂ ਗੁਜ਼ਰਨਾ ਹੀ ਉਸਦਾ ਨਸੀਬ ਸੀ ਕਿ ਮਾਰੂ ਕੀਟਾਣੂਆਂ ਨੇ ਇੱਕ ਹੋਰ ਤਕੜਾ ਹਮਲਾ ਉਸਦੇ ਘਰ ਤੇ ਕਰ ਦਿੱਤਾ ਤੇ ਫਿਰ ਪਤਨੀ ਦੇ ਵਿਰਹਾਨ ਮਿਰਗ ਤੇ ਜਾ ਬੈਠਾ। ਇਸ ਸ਼ੁਕ ਦੇ ਤੂਫਾਨ ਵਿੱਚ ਹਮਦਰਦੀ ਦਾ ਕੋਈ ਵੀ ਧੌਲਾ ਬੋਲ ਉਸਦੇ ਕੰਨਾਂ ਨੇ ਨਾ ਸੁਣਿਆ ਤੇ ਉਹ ਫਿਰ ਇਕੱਲਾ ਹੋ ਗਿਆ, ਬੀਆਬਾਨ ਦੀ ਉਮਰ ਵਾਂਗ ਇਕੱਲਾ। ਉਸ ਦੀ ਨਿਗਾਹ ਦੂਰ ਤੱਕ ਫੈਲੇ ਦਰਿਆ ਤੇ ਟਿਕੀ ਹੋਈ ਹੈ। ਉਸਨੂੰ ਦਰਿਆ ਦੇ ਸਾਹ ਫਿਰ ਸਾਫ਼ ਸੁਣਾਈ ਦੇ ਰਹੇ ਸਨ ਤੇ ਉਹ ਅੱਜ ਫਿਰ ਉਸੇ ਬਾਰੀ ਵਿੱਚ ਖਾਮੋਸ਼ ਬੈਠਾ ਹੈ। ਪਰ ਅੱਜ ਕੋਈ ਕਿਤਾਬ ਉਸਦੇ ਹੱਥ ਵਿੱਚ ਨਹੀਂ ਹੈ। ਉਹ ਉਦੋਂ ਵੀ ਬਹੁਤ ਇਕੱਲਾ ਸੀ ਜਦੋਂ ਫਿਰ ਬਾਰੀ ਥਾਣੀ ਆਉਂਦਾ ਚਾਨਣ ਉਸਨੂੰ ਰਾਸ ਨਾ ਆਇਆ। ਉਹ ਬਹੁਤ ਹੀ ਇਕੱਲਾ ਸੀ। ਉਸ ਵਾਂਗ ਹੀ ਇਕੱਲੇ ਬਸਤੀ ਦੇ ਕੁਛ ਲੋਕ ਜਦ ਘਰਾਂ ਤੋਂ ਬਾਹਰ ਆਏ ਤਾਂ ਉਸਨੇ ਵੀ ਆਪਣੇ ਪਿਓ ਵਾਲੀ ਕੁੰਡੀ ਲੱਭ ਲਈ ਅਤੇ ਦਰਿਆ ਕਿਨਾਰੇ ਆ ਗਿਆ। ਦਰਿਆ ਨੂੰ ਨੇੜਿਓਂ ਹੋ ਕੇ ਤੱਕਣ ਦਾ ਸ਼ਾਇਦ ਉਸਦਾ ਇਹ ਪਹਿਲਾ ਮੌਕਾ ਸੀ। ਉਹ ਵਾਰ-ਵਾਰ ਕੁੰਡੀ ਸੁੱਟਦਾ, ਪਰ ਉਸਤੇ ਕੋਈ ਵੀ ਮੱਛੀ ਹੱਥ ਨਾ ਲੱਗਦੀ ਤੇ ਉਸਨੂੰ ਖਾਲੀ ਕੁੰਡੀ ਹੀ ਬਾਹਰ ਕੱਢਣੀ ਪੈ ਜਾਂਦੀ। ਸ਼ੌਂਕ ਮਜਬੂਰੀ ਦਾ ਪੰਧ ਕਦੇ ਨਹੀਂ ਤੈਅ ਕਰ ਸਕਦੇ। ਕਿਸੇ ਕੁੜੀ ਦੇ ਛਿੰਦੇ ਜੇ ਬੋਲ ਉਸਦੇ ਕੰਨੀ ਪਏ। ਉਹ ਤਰਬਕ ਗਿਆ। ਛਿੰਦੇ ਬੋਲਾਂ ਵਾਲੀ ਲਾਡਲੀ ਕੁੜੀ ਉਸਦੇ ਖੱਬੇ ਹੱਥ ਪਾਣੀ 'ਚ ਆਪਣੀ ਕੁੰਡੀ ਸੁੱਟੀ ਖਾਮੋਸ਼ ਬੈਠੀ ਸੀ। ਉਸ ਕੁੜੀ ਵੱਲ ਤੱਕਿਆ ਤੇ ਹੌਕਾ ਭਰ ਕੇ ਵਾਪਸ ਪਰਤ ਆਇਆ। ਪਰ ਸ਼ੌਂਕਾਂ ਦੀ ਮਿਰਗ ਤੇ ਬੈਠਣ ਦਾ ਸ਼ੌਂਕ ਵੀ ਤਾਂ ਕੋਈ ਨਹੀਂ ਪਾਲ ਸਕਦਾ। ਉਸ ਧੀਮੇ ਬੋਲਾਂ ਨਾਲ ਗਿਆ। ਕੁੜੀ ਉਸਦੇ ਹੋਰ ਨੇੜੇ ਸਰਕ ਆਈ, ਇੰਨਾ ਨੇੜੇ ਕਿ ਵਿਚਕਾਰੋਂ ਸਿਰਫ ਪੌਣ ਹੀ ਗੁਜ਼ਰ ਸਕਦੀ ਸੀ। ਬਦਲਾਂ 'ਚੋਂ ਨਿਕਲੀ ਧੁੱਪ ਵੱਲ ਕੁੜੀ ਦਾ ਚਿਹਰਾ ਹੋਰ ਲਿਸ਼ਕ ਪਿਆ। ਤੇਰੀਆਂ ਅੱਖਾਂ ਦੇ ਵਿਲਕਦੇ ਸਮੁੰਦਰ ਦੇ ਕਿਨਾਰਿਆਂ ਤੇ ਹਾਸਾ ਖਿਲਾਰਨ ਦੀ ਮੈਂ ਮਾਫੀ ਚਾਹੁੰਦੀ ਹਾਂ। ਇੱਥੇ ਹਰ ਹਾਸੇ ਨੂੰ ਕਬਰਾਂ ਦਾ ਸਰਾਪ ਲੱਗਿਆ। ਤੂੰ ਖਿਲਾਰ ਕੇ ਕੀ ਕਰੇਂਗੀ?
ਕਬਰ ਦੀ ਵਲਗਣ ਤੋਂ ਬਹੁਤਾ ਉਰਾਂ ਜੇ ਚਾਨਣ ਦੀ ਦੀਵਾਰ ਖੜੀ ਕਰਨ ਦੀ ਕੋਸ਼ਿਸ਼ ਕਰਾਂ ਤਾਂ ਹੋ ਸਕਦਾ ਮੋਏ ਹਾਸੇ ਰਤਾ ਮੁਹਾਰਾ ਮੋੜ ਹੀ ਲੈਣ। ਇਹੋ ਜਿਹੀ ਇੱਕ ਚਾਨਣ ਦੀ ਦੀਵਾਰ ਮੇਰੀ ਭੈਣ ਨੇ ਵੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਖੁਦ ਹੀ ਉਸ ਹੇਠ ਆ ਕੇ ਉਸਦਾ ਸੰਗ ਭਾਰਾ ਹੋ ਗਿਆ। ਉਹ ਤੇਰੀ ਭੈਣ ਦਾ ਕਰਮ ਸੀ, ਇਹ ਮੇਰਾ ਕਰਮ ਹੈ। ਤੂੰ ਆਗਿਆ ਤਾਂ ਦੇਵੇਂਗਾ ਨਾ? ਕੁੜੀ ਹੱਥ ਨਾਲ ਡੋਰ ਹਿਲਾ ਰਹੀ ਸੀ। ਭੈਣ ਵੀ ਜਿਸ ਨਿਮਾਣੀ ਨੂੰ ਆਗਿਆ ਦੇ ਕੇ ਗਈ ਸੀ, ਉਸ ਤੋਂ ਤਾਂ ਇੱਟ ਵੀ ਰੱਖ ਨਾ ਹੋਈ। ਸ਼ਗਨਾਂ ਦੀ ਇੱਟ ਤੇ ਸਦਾ ਅਚਿੰਤੇ ਬਾਜਾਂ ਦੀ ਅੱਖ ਹੁੰਦੀ ਹੈ। ਮੇਰੇ ਕਰਮ ਅਜੇ ਸ਼ਗਨਾਂ ਤੋਂ ਉਰਾਂ ਦੀ ਗੱਲ ਕਰਨਗੇ, ਤੂੰ ਆਗਿਆ ਤਾਂ ਦੇਵੇਂਗਾ ਨਾ? ਉਸਦੀ ਖਾਮੋਸ਼ੀ ਦੇ ਅਰਥ ਉਸ ਕੁੜੀ ਨੂੰ ਪਤਾ ਨਹੀਂ ਕੀ ਲਏ, ਪਰ ਉਹ ਉਹਦੇ ਨਾਲ ਤੁਰ ਜ਼ਰੂਰ ਪਈ। ਕੁੜੀ ਦੇ ਵਿਵਹਾਰ ਦਾ ਚਾਨਣ ਬਾਰੀ ਦੇ ਚਾਨਣ ਤੋਂ ਬਹੁਤ ਸਾਫ਼ ਸੀ। ਕਈ ਵਾਰ ਉਹ ਇੰਨਾ ਝੁੰਦਿਆ ਆ ਜਾਂਦਾ ਕਿ ਮੱਛੀ ਦੇ ਪਾਰਦਰਸ਼ੀ ਖੰਭਾਂ ਵਿੱਚ ਉਸਨੂੰ ਉਸਦੇ ਕਿੰਨੇ ਹੀ ਰੂਪ ਦਿਸਣ ਲੱਗਦੇ। ਕਿਸੇ ਪਾਸੇ ਤਾਂ ਉਸਦੇ ਚੀਰ ਚੁੰਗਲਾ ਫੇਰ ਰਿਹਾ ਹੁੰਦਾ, ਕਿਸੇ ਪਾਸੇ ਉਸਦਾ ਮਸਤਕ ਚੁੰਮ ਰਿਹਾ ਹੁੰਦਾ, ਪਰ ਉਸਦੇ ਰਖੜੀ ਬੰਦੀ ਉਹ ਉਸਨੂੰ ਕਿਤੇ ਵੀ ਦਿਖਾਈ ਨਾ ਦਿੰਦੀ। ਅਚੇਤ ਮਨ 'ਚ ਦੋਸਤੀ ਦਾ ਪਰਛਾਵਾਂ ਕਿਹੋ ਜਿਹਾ ਵੀ ਹੋ ਸਕਦਾ ਹੈ, ਉਹ ਕਈ ਵਾਰ ਸੋਚਦਾ ਤੇ ਕਿੰਨੀ ਕਿੰਨੀ ਹੀ ਦੇਰ ਉਸਦੇ ਵਾਲਾਂ ਵਿੱਚ ਉਂਗਲਾਂ ਫੇਰਦਾ ਰਹਿੰਦਾ। ਮੇਰੀ ਖਾਮੋਸ਼ੀ ਦੇ ਇਹਨੇ ਕੀ ਅਰਥ ਲਏ ਹਨ? ਇਹ ਤਾਂ ਸ਼ਾਇਦ ਮੈਨੂੰ ਵੀ ਨਹੀਂ ਪਤਾ ਕਿ ਮੈਂ ਇਸਨੂੰ ਕੀ ਕਹਾਂ, ਆਗਿਆ ਦੇਵਾਂ ਜਾਂ ਕਿ ਚਲੇ ਜਾਣ ਲਈ ਕਹਿ ਦੇਵਾਂ। ਪਰ ਫਿਰ ਇਸ ਤੋਂ ਪਰਾਂ ਹੋ ਕੇ ਜਾਵਾਂਗਾ ਵੀ ਤਾਂ ਕਿੱਥੇ? ਉਸ ਬਾਰੀ ਵਿੱਚ? ਨਹੀਂ ਨਹੀਂ, ਉਸ ਚਾਨਣ ਵਿੱਚ ਮੈਂ ਹੁਣ ਕਦੀ ਨਹੀਂ ਜਾਵਾਂਗਾ। ਉਹ ਚਾਨਣ ਮੇਰੇ ਘਰ ਦਾ ਜੱਦੀ ਦੁਸ਼ਮਣ ਹੈ। ਉਹ ਚਾਨਣ ਪਿਤਾ ਦੀ ਗਹਿਣੀ ਰੱਖੀ ਪਹਿਲੀ ਵੱਲੋਂ ਆਉਂਦਾ ਹੈ। ਉਹ ਚਾਨਣ ਮੇਰਾ ਨਹੀਂ, ਸ਼ਰੀਕਾਂ ਦਾ ਹੈ। ਡੂੰਗੀ ਰਾਤ ਗਈ ਤੀਕ ਵੀ ਉਹ ਕੁੜੀ ਤੋਂ ਪਰਾਂ ਦੂਜੇ ਮੰਜੇ ਤੇ ਪਿਆ ਸੋਚ ਰਿਹਾ ਹੈ। ਮੇਰਾ ਚਾਨਣ ਕਬਰਾਂ ਦੇ ਓਹਲੇ ਹੈ, ਮੇਰਾ ਚਾਨਣ ਮੇਰੇ ਕੋਲ ਵੀ ਤਾਂ ਹੈ। ਉਹ ਪਰਾਂ ਪਈ ਕੁੜੀ ਵੱਲ ਤੱਕਦਾ ਹੈ ਤੇ ਉਸਨੂੰ ਜਗਾ ਲੈਂਦਾ ਹੈ। ਹਨੀ, ਮੇਰੇ ਹਿੱਸੇ ਦਾ ਚਾਨਣ ਕਿਧਰੇ ਹੋਰ ਤਾਂ ਨਹੀਂ ਨਾ ਦੇਵੇਂਗੀ? ਤੇਰਾ ਹਿੱਸਾ ਤਾਂ ਮੈਂ ਤੈਨੂੰ ਦੇ ਚੁੱਕੀ ਹਾਂ, ਕੀ ਤੂੰ ਅਜੇ ਤੱਕ ਉਹਨੂੰ ਪਛਾਣ ਵੀ ਨਹੀਂ ਸਕਿਆ? ਚਾਨਣ ਦੇ ਰੰਗ ਦੀ ਲਕੀਰ ਹਰ ਕੋਈ ਵੀ ਤਾਂ ਮੱਥੇ ਤੇ ਮਲ ਨਹੀਂ ਸਕਦਾ ਹਨੀ। ਸੁੱਖ, ਮੱਲੀਆਂ ਲਕੀਰਾਂ ਤਾਂ ਝੂਠੀਆਂ ਹੁੰਦੀਆਂ ਨੇ, ਸੁੱਚੀ ਲਕੀਰ ਤਾਂ ਵਾਹੀ ਜਾਂਦੀ ਹੈ। ਉਹ ਕੁੜੀ ਨੂੰ ਸੌਣ ਲਈ ਕਹਿ ਦਿੰਦਾ ਹੈ ਤੇ ਆਪ ਪਰਛਾਵਾਂ ਤਾਂ ਹਨੇਰਾ ਹੁੰਦਾ ਹੈ, ਪਰ ਹਨੀ ਤੇਰੇ ਰੰਗ ਦਾ ਚਾਨਣ ਮੇਰਾ ਪਰਛਾਵਾਂ ਕਿਉਂ ਬਣ ਗਿਆ? ਆਪਣੀ ਹੀ ਚੁੱਪ ਉਸਨੂੰ ਦੋਸ਼ੀ ਲੱਗਦੀ। ਉਹ ਸਾਰਾ ਦਿਨ ਸਿਰ ਤੋਂ ਗੁਜ਼ਰਦੇ ਵਕਤਾਂ ਤੇ ਜ਼ਖਮਾਂ ਦੀਆਂ ਗਿਣਤੀਆਂ ਮਿਣਤੀਆਂ ਕਰਦੇ। ਸ਼ਾਮ ਹੁੰਦੀ, ਖਾਣਾ ਖਾਂਦੇ ਅਤੇ ਆਪਣੇ ਆਪਣੇ ਪਾਣੀਆਂ ਦੇ ਹੌਕੇ ਸੁਣਦੇ ਨਿੱਘ ਵਿੱਚ ਦੁਬਕ ਜਾਂਦੇ, ਆਪਣੇ ਜੰਗਲ ਦੇ ਵਿਰਲਾਪ ਵਿੱਚ ਸ਼ਰੀਕ ਹੁੰਦੇ ਅਤੇ ਫਿਰ ਸਵੇਰ ਸਾਰ ਧੁੱਪਾਂ ਵਿੱਚ ਖਿਲ ਪੈਂਦੇ। ਸੁੱਖ ਦੇ ਸੁਪਨਿਆਂ ਦੇ ਕੰਢੇ ਚੁਗਦਿਆਂ ਹਨੀ ਨੇ ਉਸਨੂੰ ਕਦੇ ਵੀ ਅਹਿਸਾਸ ਨਹੀਂ ਸੀ ਹੋਣ ਦਿੱਤਾ। ਹਨੀ ਸ਼ੌਂਕ ਕਦੇ ਵੀ ਮਜਬੂਰੀ ਦਾ ਬੰਧ ਤੈਅ ਨਹੀਂ ਕਰ ਸਕਦੇ। ਕਦੇ ਕਦੇ ਉਹ ਕੁੜੀ ਦਾ ਚਿਹਰਾ ਪੜ੍ਹਦਾ, ਕਿੰਨਾ ਹੀ ਕੁਝ ਸੋਚਦਾ, ਹਨੀ ਦੇ ਕਹੇ ਹੋਏ ਸ਼ਬਦ ਵੀ ਦੁਹਰਾਉਂਦਾ। ਸੁੱਖ, ਅਜੇ ਵੀ ਮਿਰਗ ਜਲ ਕੱਛਣ ਵਿੱਚ ਕੋਈ ਕਸਰ ਰਹਿੰਦੀ ਹੈ? ਇੰਨਾ ਕੁ ਜਵਾਬ ਦਿੰਦੀ ਕੁੜੀ ਬਹੁਤ ਹੀ ਉਦਾਸ ਹੋ ਜਾਂਦੀ। ਸੁੱਖ, ਠੀਕ ਹੈ ਤੇਰੀ ਖਾਮੋਸ਼ੀ ਦੇ ਅਰਥ ਮੈਂ ਜੋ ਵੀ ਸਮਝੇ, ਪਰ ਇੱਕ ਲੰਬਾ ਮਿਰਗ ਜਲ ਤਾਂ ਪਾਰ ਕਰ ਹੀ ਲਿਆ ਨਾ। ਪਰ ਭੈੜਿਆ, ਹੜ ਆਈ ਮੈਨੂੰ ਹੁਣ ਨਾ ਬੰਜਰੀ ਰਾਹ ਤੇ ਤੋਰੀ। ਉਹ ਫਿਰ ਖਾਮੋਸ਼ ਹੋ ਗਿਆ। ਹਨੀ ਨੇ ਉਸਦੀ ਖਾਮੋਸ਼ੀ ਦੇ ਪਤਾ ਨਹੀਂ ਕੀ ਅਰਥ ਸਮਝੇ, ਪਰ ਉਹ ਉਸਦੇ ਨਾਲ ਤੁਰੀ ਜ਼ਰੂਰ ਗਈ। ਹਨੀ ਦੇ ਜ਼ਬਤ ਨੇ ਰਿਸ਼ਤਿਆਂ ਦੀ ਵਾਹੀ ਮਨਫੀ ਕਰ ਦਿੱਤੀ ਤੇ ਉਹ ਦਿਨਾਂ ਰਾਤਾਂ ਦਾ ਬਿਆਬਾਨ ਕਸ਼ਤੇ ਸਮੁੰਦਰ ਕਿਨਾਰੇ ਪਹੁੰਚ ਗਏ। ਕੋਲ ਹੀ ਘੁੱਗ ਵਸਦਾ ਸ਼ਹਿਰ ਸੀ ਤੇ ਘੁੱਗ ਵਸਦੇ ਸ਼ਹਿਰ ਦੇ ਪੈਰਾਂ 'ਚ ਵਿਸ਼ਾਲ ਸਮੁੰਦਰ ਦੀ ਕਦਮ ਚਾਲ ਦਾ ਸ਼ੋਰ ਸੀ। ਇਸ ਦੇ ਮੱਥੇ 'ਚ ਬਹੁਤ ਸੇਕ ਜਰਬ ਹੋ ਚੁੱਕਿਆ ਸੀ। ਆਪਣੀ ਖਾਮੋਸ਼ੀ ਤੋਂ ਲਾਂਭੇ ਫਿਰ ਰਿਹਾ ਸੀ। ਉਸਨੇ ਸ਼ਹਿਰ ਦੇ ਕਿਸੇ ਹਨੇਰੇ ਕੋਨੇ 'ਚ ਆਪਣੇ ਮੱਥੇ ਦੇ ਸੇਕ ਦਾ ਸਿਵਾ ਸੇਕਣਾ ਚਾਹਿਆ ਤੇ ਉਹ ਚਲਿਆ ਗਿਆ। ਵਾਪਸ ਆਇਆ ਤਾਂ ਮੱਥਾ ਤਾਂ ਸਰਦ ਸੀ, ਪਰ ਆਉਂਦਿਆਂ ਹੀ ਅੱਖਾਂ 'ਚ ਹਨੇਰਾ ਫੈਲਣਾ ਸ਼ੁਰੂ ਹੋ ਗਿਆ। ਕੁੜੀ ਗੁੰਮ ਹੋ ਚੁੱਕੀ ਸੀ। ਹਨੀ ਆਸੇ ਪਾਸੇ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਹੀ। ਨਹੀਂ ਹਨੀ ਨਹੀਂ, ਤੂੰ ਵਾਪਸ ਪਰਤਿਆ, ਮੈਂ ਤੈਨੂੰ ਬੰਜਰ ਰਾਹ ਉੱਤੇ ਤੁਰਦੀ ਨਹੀਂ ਤੱਕ ਸਕਾਂਗਾ। ਚੀਕਦਾ ਹੋਇਆ ਉਵੇਂ ਹੀ ਅੱਖਾਂ 'ਚ ਹਨੇਰਾ ਭਰ ਕੇ ਸਮੁੰਦਰ ਕੰਢੇ ਆ ਗਿਆ। ਸਮੁੰਦਰ 'ਚ ਉੱਗੀਆਂ ਲਹਿਰਾਂ ਬੰਜਰ ਵੀ ਤਾਂ ਹੋ ਸਕਦੀਆਂ ਨੇ। ਮਲਾਹਾਂ ਨੇ ਉਸਦੀ ਫਰਿਆਦ ਮੰਨ ਲਈ ਤੇ ਸਮੁੰਦਰ 'ਚ ਚੱਲਣ ਲਈ ਉਸਨੂੰ ਇੱਕ ਕਿਸ਼ਤੀ ਦੇ ਦਿੱਤੀ। ਨਹੀਂ ਹਨੀ ਨਹੀਂ, ਤੂੰ ਵਾਪਸ ਪਰਤਿਆ, ਮੈਂ ਆਪਣੇ ਚਾਨਣ ਦਾ ਰੰਗ ਪਛਾਣ ਲਿਆ ਹਨੀ। ਆਪਣੀਆਂ ਚੀਕਾਂ ਦੇ ਸ਼ੋਰ 'ਚ ਗੁੰਮ ਹੋਏ ਤੇ ਉਸਦੀ ਕਿਸ਼ਤੀ ਅਗਾਂਹ ਕਿਸੇ ਵਸਤੂ ਨਾਲ ਟਕਰਾਈ। ਉਸ ਅੱਖਾਂ 'ਚੋਂ ਕੁਝ ਅੱਥਰੂਆਂ ਦੀ ਮਾਰਫਤ ਥੋੜ੍ਹਾ ਜਿਹਾ ਹਨੇਰਾ ਝਾੜਿਆ ਤਾਂ ਹਨੀ ਧਾਹ ਕੇ ਉਸਨੂੰ ਮਿਲੀ। ਹਨੀ ਬਿਲਕੁਲ ਨਿਰਵਸਤਰ ਸੀ। ਹਨੀ ਜਿੱਥੋਂ ਉੱਠ ਕੇ ਆਈ ਸੀ ਉਸਦੇ ਆਲੇ ਦੁਆਲੇ ਜੋ ਵੀ ਕੁੜੀਆਂ ਬੈਠੀਆਂ ਕਲੋਲ ਕਰ ਰਹੀਆਂ ਸਨ, ਸਭ ਦੀਆਂ ਸਭ ਨਿਰਵਸਤਰ ਸਨ। ਹਨੀ ਜਿੱਥੋਂ ਉੱਠ ਕੇ ਆਈ ਸੀ ਉਹ ਗੁਲਾਮਾਂ ਵਾਲੀ ਥਾਂ ਸੀ। ਹਨੀ ਜਿੱਥੋਂ ਉੱਠ ਕੇ ਆਈ ਸੀ ਉਹ ਸਲੀਬ ਤੇ ਲਟਕੀ ਪੰਛੀ ਵਰਗਾ ਮਾਹੌਲ ਸੀ।
ਉਸਨੇ ਹਨੀ ਨੂੰ ਆਪਣੇ ਕਲਾਵੇ 'ਚ ਭਰ ਲਿਆ। ਸਿਰ ਉੱਪਰਲੀ ਚੱਦਰ ਉਸਨੇ ਨਿਰਵਸਤਰ ਜਿਸਮ ਤੇ ਦਿੱਤੀ ਤੇ ਸਾਰਾ ਹਨੇਰਾ ਝਾੜ ਕੇ ਕਿਸ਼ਤੀ ਵਾਪਸ ਛੱਡ ਦਿੱਤੀ। ਸੁੱਖ, ਤੇਰਾ ਮੱਥਾ ਬਹੁਤ ਸਰਦ ਪਿਆ। ਲੱਗਦਾ ਸਾਰਾ ਸੇਕ ਮਨਫੀ ਕਰ ਆਇਆ। ਬੰਦਰਗਾਹ ਤੋਂ ਮੈਦਾਨਾਂ ਵੱਲ ਆਉਂਦਿਆਂ ਕੁੜੀ ਨੇ ਕਿਹਾ, ਅੱਖਰ 'ਚ ਹਨੇਰਾ ਭਰ ਕੇ ਵੀ ਤਾਂ ਮੈਂ ਹੀ ਲਿਆਇਆ, ਪਰ ਤੂੰ ਇੱਧਰ ਕਿੱਧਰ ਆ ਗਈ ਸੈਂ? ਉਹ ਸ਼ਰਮਿੰਦਾ ਵੀ ਹੋਇਆ ਤੇ ਸੰਭਲਿਆ ਵੀ। ਮ੍ਰਿਗ ਜਲ ਦਾ ਕੋਈ ਆਖਰੀ ਸਿਰਾ ਲੱਭਣ ਵਾਸਤੇ, ਤਾਂ ਕਿ ਤੇਰੀ ਖਾਮੋਸ਼ੀ ਕੁਝ ਤਾਂ ਟੁੱਟ ਸਕੇ। ਪਰ ਹਨੀ, ਵਾਪਸ ਆਏ ਹਾਸੇ 'ਚ ਸ਼ਰਮਾਉਂਦੇ ਹੋਣ ਤਾਂ ਖਾਮੋਸ਼ੀ ਦੀ ਦੀਵਾਰ ਉਹਲੇ ਲੁਕ ਵੀ ਤਾਂ ਨਾ ਸਕਦੇ ਨੇ। ਪਰ ਜੇ ਉਹਨਾਂ ਹਾਸਿਆਂ ਦੇ ਸਿਰ ਵਿਚਕਾਰ ਉੱਪਰੋਂ ਆਪ ਹੀ ਇੱਟ ਮਾਰੀ ਜਾਵੇ ਤਾਂ ਉਹ ਮਰ ਵੀ ਤਾਂ ਸਕਦੇ ਨੇ। ਦੋਵੇਂ ਹੱਥ 'ਚ ਹੱਥ ਫੜੀ ਦਰਿਆ ਕਿਨਾਰੇ ਤੁਰਦੇ ਰਹੇ। ਉਸ ਨੂੰ ਅਚੰਭਾ ਲੱਗ ਗਿਆ ਸੀ। ਹਨੀ ਤੋਂ ਕੰਨੀ ਜਿਹੀ ਕਤਰਾ ਰਿਹਾ ਸੀ। ਹਨੀ ਇਹ ਸਾਰਾ ਕੁਝ ਹੀ ਕਹਿ ਰਹੀ ਸੀ। ਦੋਵੇਂ ਉਸੇ ਹੀ ਮੰਜ਼ਰ ਉੱਤੇ ਆ ਗਏ ਜਿੱਥੇ ਉਹ ਪਹਿਲਾਂ ਮਿਲੇ ਸਨ। ਕੁੜੀ ਪਹਿਲਾਂ ਰੁਕੀ ਤੇ ਮੁੰਡਾ ਬਾਅਦ 'ਚ। ਹਨੀ, ਇੱਧਰ ਕਬਰਾਂ ਨੇ ਤੇ ਆਪਾਂ ਆਪਣੇ ਹਾਸੇ ਇੱਥੋਂ ਹੀ ਵਾਪਸ ਲੈ ਜਾਈਏ। ਉਸਦਾ ਇਸ਼ਾਰਾ ਖਾਲੀ ਪਏ ਘਰ ਵੱਲ ਸੀ। ਸੁੱਖ, ਇਹ ਅਸੰਭਵ ਹੈ। ਮੈਂ ਇਹਨਾਂ ਮ੍ਰਿਗ ਜਲ ਕੱਚ ਕੇ ਤੇਰੇ ਨਾਲ ਤੁਰੀ ਸੀ, ਪਰ ਤੇਰੇ ਮੱਥੇ ਦਾ ਸੇਕ ਉਸ ਸ਼ਹਿਰ ਦੇ ਹਨੇਰੇ ਕੋਨੇ 'ਚ ਹੀ ਮਨਫੀ ਹੋਣਾ ਸੀ। ਤੈਨੂੰ ਸਮੁੱਚੇ ਨੂੰ ਸਰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਤੂੰ ਚਾਨਣ ਦਾ ਰੰਗ ਵੀ ਨਾ ਪਛਾਣ ਸਕਿਆ। ਹੁਣ ਤਾਂ ਮੈਂ ਆਪ ਮੱਛੀ ਬਣ ਕੇ ਪਰਤੀ ਹਾਂ। ਮੇਰੇ ਜਿਸਮ ਦਾ ਸ਼ੀਸ਼ਾ ਲਿਸ਼ਕਾ ਕੇ ਮੈਂ ਤੇਰਾ ਭਵਿੱਖ ਮੈਲਾ ਨਹੀਂ ਕਰਨਾ ਚਾਹੁੰਦੀ ਸੁੱਖ। ਪਰ ਸੁਣ ਤਾਂ। ਕੁੜੀ ਵਾਪਸ ਦਰਿਆ ਦੇ ਕਿਨਾਰੇ ਕਿਨਾਰੇ ਪੈਰਾਂ ਨਾਲ ਰੇਤ ਉਡਾਉਂਦੀ ਹੋਈ ਨੀਵੀਂ ਪਾਈ ਪਰਤ ਗਈ। ਉਹ ਕਿੰਨੀ ਹੀ ਦੇਰ ਰੋਹੀ ਦਾ ਜੰਡ ਬਣਿਆ ਉੱਥੇ ਖੜਾ ਰਿਹਾ। ਕਿੰਨੀ ਹੀ ਦੇਰ ਰੋਹੀ ਦਾ ਜੰਡ ਬਣਿਆ ਉੱਥੇ ਖੜਾ ਰਿਹਾ।